हाँ जी बच्चों, उम्मीद करदा तुसीं सारे ठीक होवोगे। बच्चों असीं तुहाडी बुक दा चैप्टर रिफ्लैक्शन एंड रिफ्रैक्शन ऑफ लाइट स्टार्ट करन जा रहे हैं। ਉਹਦੇ ऑब्जैक्टिव टाइप क्वेश्चन आपां स्टार्ट करन जा रहे हैं। चैप्टर नूं पंजाबी विच कहंदे आ प्रकाश दा परावर्तन ते अपवर्तन। ਤਾਂ ਬੱਚਿਓ ਜਿੱਦਾਂ ਸਾਨੂੰ ਪਤਾ ਹੈ ਪ੍ਰਕਾਸ਼ ਕੀ ਹੁੰਦਾ ਹੈ। ਪ੍ਰਕਾਸ਼ ਇੱਕ ਊਰਜਾ ਦੀ ਇੱਕ ਫੋਰਮ ਹੁੰਦੀ ਹੈ ਜੋ ਸਾਨੂੰ ਦੇਖਣ ਵਿੱਚ ਮਦਦ ਕਰਦੀ ਹੈ। ਅਸੀਂ ਕੋਈ ਵੀ ਚੀਜ਼ ਦੇਖਦੇ ਹਾਂ ਤਾਂ ਜਦੋਂ ਉਸ ਚੀਜ਼ ਉੱਤੇ ਪ੍ਰਕਾਸ਼ ਪੈਂਦਾ ਹੈ ਅਸੀਂ ਉਸ ਚੀਜ਼ ਨੂੰ ਤਾਂ ਹੀ ਦੇਖ ਸਕਦੇ ਹਾਂ। ਤਾਂ ਬੱਚਿਓ ਇਸ ਚੈਪਟਰ ਦੇ ਵਿੱਚ ਅਸੀਂ ਦਰਪਣ ਬਾਰੇ ਅਤੇ ਲੈਂਸ ਬਾਰੇ ਪੜ੍ਹਦੇ ਹਾਂ। ਠੀਕ ਆ, ਇਸ ਚੈਪਟਰ ਦੇ ਹੁਣ ਅਸੀਂ ਛੋਟੇ ਕੁਐਸਚਨ ਸਟਾਰਟ ਕਰਨ ਜਾ ਰਹੇ ਹਾਂ। ਤਾਂ ਸਭ ਤੋਂ ਪਹਿਲਾ ਕੁਐਸਚਨ ਕੀ ਆ ਕਿ ਪਾਵਰ ਆਫ ਏ ਲੈਂਸ ਇਜ਼ 2 ਡਾਇਪਟਰ ਇਟਸ ਫੋਕਲ ਲੈਂਥ ਵਿਲ ਬੀ। ਕੋਈ ਲੈਂਸ ਆ ਉਹਦੀ ਪਾਵਰ ਸਾਨੂੰ ਕਿੰਨੀ ਦਿੱਤੀ ਹੋਈ ਹੈ, 2 ਡਾਇਪਟਰ ਦਿੱਤੀ ਹੋਈ ਹੈ, ਤਾਂ ਉਸਦੀ ਫੋਕਲ ਲੈਂਥ ਕੀ ਹੋਵੇਗੀ। ਬੱਚਿਓ ਡਾਇਪਟਰ ਜੋ ਹਨ ਉਹ ਪਾਵਰ ਦੇ ਯੂਨਿਟ ਹੁੰਦੇ ਹਨ। ਜਿੱਦਾਂ ਅਸੀਂ ਲੈਂਥ ਨੂੰ ਮੀਟਰ ਵਿੱਚ ਮਾਪਦੇ ਹਾਂ, ਮਾਸ ਨੂੰ ਕਿਲੋਗ੍ਰਾਮ ਵਿੱਚ ਮਾਪਦੇ ਹਾਂ, ਉੱਦਾਂ ਹੀ ਪਾਵਰ ਨੂੰ ਡਾਇਪਟਰ ਦੇ ਵਿੱਚ ਮਾਪਿਆ ਜਾਂਦਾ ਹੈ। ਤਾਂ ਸਾਨੂੰ ਪਾਵਰ ਕਿੰਨੀ ਦਿੱਤੀ ਹੋਈ ਹੈ, 2 ਡਾਇਪਟਰ ਦਿੱਤੀ ਹੋਈ ਹੈ। ਉਹ ਕਹਿੰਦੇ ਹਨ ਕਿ ਫੋਕਲ ਲੈਂਥ ਕਿੰਨੀ ਹੋਵੇਗੀ। ਬੱਚਿਓ ਇੱਕ ਫਾਰਮੂਲਾ ਯਾਦ ਰੱਖਣਾ ਵਾ, P = 1/F। ਹਾਂਜੀ ਤਾਂ ਬੱਚਿਓ ਉਹਦੇ ਵਿੱਚ F ਕੀ ਹੁੰਦੀ ਹੈ, F ਹੁੰਦੀ ਹੈ ਫੋਕਲ ਲੈਂਥ। ਠੀਕ ਹੈ, F ਹੁੰਦੀ ਹੈ ਫੋਕਲ ਲੈਂਥ ਜਿਸ ਨੂੰ ਅਸੀਂ ਛੋਟੀ F ਦੇ ਨਾਲ ਡਿਨੋਟ ਕਰਦੇ ਹਾਂ। ਅਤੇ P ਕੀ ਹੈ, 2 ਡਾਇਪਟਰ ਸਾਨੂੰ ਪਾਵਰ ਦਿੱਤੀ ਹੋਈ ਹੈ। ਤਾਂ ਪਾਵਰ ਦੀ ਵੈਲਿਊ ਅਸੀਂ ਭਰਤੀ 2 = 1/F। ਕ੍ਰੋਸ ਮਲਟੀਪਲਾਈ ਹੋ ਗਈ, F ਉੱਧਰਲੇ ਪਾਸੇ ਚਲੀ ਗਈ, 2 ਥੱਲੇ ਆ ਗਿਆ, ਕੀ ਬਣ ਗਿਆ F = 1/2। ਜਦੋਂ 1/2 ਨੂੰ ਸੋਲਵ ਕਰਾਂਗੇ ਕਿੰਨਾ ਆਂਸਰ ਆ ਜੂਗਾ 0.5 ਮੀਟਰ। 0.5 ਮੀਟਰ ਨੂੰ ਅੱਗੇ ਆਪਾਂ ਨੂੰ ਜਿਹੜਾ ਆਪਸ਼ਨ ਦਿੱਤੀਆਂ ਹੋਈਆਂ ਕਾਹ 'ਚ ਦਿੱਤੀਆਂ ਹੋਈਆਂ ਵਾ, ਸੈਂਟੀਮੀਟਰ 'ਚ ਦਿੱਤੀਆਂ ਹੋਈਆਂ ਵਾ। ਤਾਂ ਅਸੀਂ 0.5 ਮੀਟਰ ਨੂੰ ਕਾਹ 'ਚ ਕਨਵਰਟ ਕਰ ਲਾਂਗੇ, ਸੈਂਟੀਮੀਟਰ ਵਿੱਚ ਕਨਵਰਟ ਕਰ ਲਾਂਗੇ। 1 ਮੀਟਰ ਵਿੱਚ ਸਾਨੂੰ ਪਤਾ 100 ਸੈਂਟੀਮੀਟਰ ਹੁੰਦੇ ਆ, ਤਾਂ 0.5 ਮੀਟਰ 'ਚ ਕਿੰਨੇ ਸੈਂਟੀਮੀਟਰ ਹੋਣਗੇ, 0.5 × 100। ਤਾਂ ਆਂਸਰ ਆ ਜੂਗਾ 50 ਸੈਂਟੀਮੀਟਰ। 50 ਸੈਂਟੀਮੀਟਰ ਕੀ ਬਣ ਗਿਆ ਸਾਡਾ, ਫੋਕਲ ਲੈਂਥ ਬਣ ਗਈ। ਠੀਕ ਆ, ਤਾਂ ਫੋਕਲ ਲੈਂਥ ਕਿੰਨੀ ਬਣ ਗਈ, 50 ਸੈਂਟੀਮੀਟਰ। ਤਾਂ ਬੱਚੋ ਕਿਹੜੀ ਆਪਸ਼ਨ ਦੇ ਵਿੱਚ 50 ਸੈਂਟੀਮੀਟਰ ਲਿਖਿਆ ਹੋਇਆ ਹੈ, ਡੀ ਆਪਸ਼ਨ ਦੇ ਵਿੱਚ 50 ਸੈਂਟੀਮੀਟਰ ਲਿਖਿਆ ਹੋਇਆ ਵਾ। ਤਾਂ ਡੀ ਆਪਸ਼ਨ ਇਸ ਕੁਐਸਚਨ ਦਾ ਕੀ ਹੋਊਗਾ, ਆਂਸਰ ਹੋਊਗਾ। ਠੀਕ ਆ ਬੱਚੋ, ਅੱਗੇ ਚੱਲਦੇ ਹਾਂ। ਕਹਿੰਦੇ ਡੈਸ਼ ਫੋਰਮਸ ਵਰਚੁਅਲ ਐਂਡ ਸੇਮ ਸਾਈਜ਼ ਆਫ ਇਮੇਜ ਆਫ ਐਨ ਓਬਜੈਕਟ। ਤਾਂ ਬੱਚੋ ਯਾਦ ਰੱਖਿਓ ਜਿਹੜਾ ਪਲੇਨ ਮਿਰਰ ਹੁੰਦਾ ਹੈ ਜਾਂ ਜਿਹੜਾ ਸਮਤਲ ਦਰਪਣ ਹੁੰਦਾ ਹੈ ਉਹ ਇੱਦਾਂ ਦਾ ਦਰਪਣ ਹੁੰਦਾ ਹੈ ਜੋ ਸਾਡੇ ਓਬਜੈਕਟ ਹੁੰਦਾ ਹੈ, ਜੋ ਸਾਡੀ ਵਸਤੂ ਹੁੰਦਾ ਹੈ ਉਸ ਦੀ ਸੇਮ ਅਤੇ ਵਰਚੁਅਲ ਇਮੇਜ ਬਣਾਉਂਦਾ ਹੈ। ਠੀਕ ਆ ਬੱਚਿਓ, ਜਾਣੀ ਕਿ ਜਿੰਨਾ ਇਮੇਜ ਦਾ ਓਬਜੈਕਟ ਦਾ ਸਾਈਜ਼ ਹੁੰਦਾ ਹੈ ਉਨੀ ਉਹਦੀ ਇਮੇਜ ਬਣਦੀ ਆ। ਅਸੀਂ ਪਲੇਨ ਮਿਰਰ ਨੂੰ ਘਰਾਂ ਵਿੱਚ ਵਰਤਦੇ ਹਾਂ, ਜੋ ਸਾਡੇ ਘਰੇ ਸ਼ੀਸ਼ੇ ਲੱਗੇ ਹੁੰਦੇ ਜਿਨ੍ਹਾਂ ਵਿੱਚ ਅਸੀਂ ਆਪਦੀ ਫੋਟੋ ਵੇਖਦੇ ਹਾਂ ਉਹ ਜ਼ਿਆਦਾਤਰ ਪਲੇਨ ਮਿਰਰ ਹੀ ਹੁੰਦੇ ਹਨ। ਠੀਕ ਹੈ, ਤਾਂ ਉਸ ਵਿੱਚ ਕੀ ਹੁੰਦਾ, ਜਿੰਨੀ ਸਾਡਾ ਸਾਈਜ਼ ਹੁੰਦਾ ਹੈ ਉਨੀ ਸਾਈਜ਼ ਦੀ ਸਾਡੀ ਇਮੇਜ ਬਣਦੀ ਹੈ, ਉਨੇ ਹੀ ਸਾਈਜ਼ ਦਾ ਸਾਡਾ ਪ੍ਰਤੀਬਿੰਬ ਬਣਦਾ ਹੈ। ਤਾਂ ਕਰਕੇ ਉਹ ਮਿਰਰ ਜਿਹੜਾ ਵਰਚੁਅਲ ਅਤੇ ਸੇਮ ਸਾਈਜ਼ ਦੀ ਇਮੇਜ ਬਣਾਉਂਦਾ ਹੈ ਉਸ ਮਿਰਰ ਨੂੰ ਅਸੀਂ ਪਲੇਨ ਮਿਰਰ ਆਖਦੇ ਹਾਂ। ਹਾਂਜੀ ਬੱਚਿਓ, ਸਾਡਾ ਕੁਐਸਚਨ ਹੈ ਕਿ ਜੋ ਸਾਡਾ ਕਨਵੈਕਸ ਮਿਰਰ ਹੁੰਦਾ ਹੈ, ਮਤਲਬ ਜੋ ਸਾਡਾ ਉੱਤਲ ਦਰਪਣ ਹੁੰਦਾ ਹੈ ਉਹ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ। ਤਾਂ ਜਿਹੜਾ ਸਾਡਾ ਉੱਤਲ ਦਰਪਣ ਹੁੰਦਾ ਹੈ ਉਹ ਆਭਾਸੀ ਸਿੱਧਾ ਅਤੇ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ। ਮਤਲਬ ਕੀ ਹੈ, ਜੇ ਕੋਈ ਵੱਡੀ ਚੀਜ਼ ਹੈ ਉਸ ਨੂੰ ਅਸੀਂ ਉੱਤਲ ਦਰਪਣ ਦੇ ਨਾਲ ਦੇਖਦੇ ਹਾਂ ਤਾਂ ਉਸਦੀ ਜੋ ਪ੍ਰਤੀਬਿੰਬ ਹੁੰਦਾ ਹੈ ਉਹ ਸਾਨੂੰ ਛੋਟਾ ਦਿਸੇਗਾ। ਠੀਕ ਹੈ, ਇਸ ਤਰੀਕੇ ਨਾਲ ਉੱਤਲ ਦਰਪਣ ਜੋ ਹੁੰਦਾ ਹੈ ਉਹ ਵਰਚੁਅਲ ਰੈਕਟ ਅਤੇ ਸਮਾਲਰ ਦੈਨ ਸਾਈਜ਼ ਦਾ ਓਬਜੈਕਟ ਬਣਾਉਂਦਾ ਹੈ, ਉਹ ਇਮੇਜ ਬਣਾਉਂਦਾ ਹੈ। ਤਾਂ ਬੱਚਿਓ ਅਗਲਾ ਕੁਐਸਚਨ ਹੈ sin I/sin R ਰਿਲੇਸ਼ਨ ਕਿਸ ਨੇ ਦਿੱਤਾ ਸੀਗਾ। I ਦਾ ਮਤਲਬ ਕੀ ਹੈ, ਆਪਤਨ ਕੋਣ, ਅਤੇ R ਦਾ ਮਤਲਬ ਕੀ ਹੈ, ਅਪਵਰਤਨ ਕੋਣ। R ਨੂੰ ਅਸੀਂ ਐਂਗਲ ਆਫ ਰਿਫਰੈਕਸ਼ਨ ਵੀ ਕਹਿ ਦਿੰਦੇ ਹਾਂ ਅਤੇ I ਨੂੰ ਐਂਗਲ ਆਫ ਇੰਸੀਡੈਂਸ ਵੀ ਕਹਿ ਦਿੰਦੇ ਹਾਂ। ਠੀਕ ਹੈ ਬੱਚਿਓ, ਤਾਂ sin I/sin R ਆਪਤਨ ਕੋਣ ਦਾ ਸਾਈਨ ਬਟਾ ਅਪਵਰਤਨ ਕੋਣ ਦੇ ਸਾਈਨ ਦਾ ਜਿਹੜਾ ਰਿਲੇਸ਼ਨ ਸੀਗਾ ਇਹ ਕਿਸ ਨੇ ਦਿੱਤਾ ਸੀਗਾ। ਤਾਂ ਬੱਚਿਓ ਇਹ ਰਿਲੇਸ਼ਨ ਦਿੱਤਾ ਸੀਗਾ ਸਨੈਲ ਨੇ। ਇਸ ਨੂੰ ਅਸੀਂ ਸਨੈਲਜ਼ ਲਾ ਵੀ ਕਹਿ ਦਿੰਦੇ ਹਾਂ। sin I/sin R ਨੂੰ ਅਸੀਂ ਸਨੈਲਜ਼ ਲਾ ਵੀ ਕਹਿ ਦਿੰਦੇ ਹਾਂ। ਇਹ ਕਿਸ ਦੇ ਬਰਾਬਰ ਹੁੰਦਾ ਹੈ, ਸਥਿਰ ਅੰਕ ਦੇ ਬਰਾਬਰ ਹੁੰਦਾ ਹੈ ਜਾਂ ਰਿਫਰੈਕਟਿਵ ਇੰਡੈਕਸ ਦੇ ਬਰਾਬਰ ਹੁੰਦਾ ਹੈ। ਬੱਚਿਓ ਅਗਲਾ ਕੁਐਸਚਨ ਹੈ ਕਿ ਫੋਕਲ ਲੈਂਥ ਆਫ ਏ ਲੈਂਸ। ਹਾਂਜੀ ਤਾਂ ਬੱਚਿਓ ਅਗਲਾ ਕੁਐਸਚਨ 6ਵਾਂ ਹੈ ਕਿ ਫੋਕਲ ਲੈਂਥ ਲੈਂਸ ਦੀ ਸਾਨੂੰ ਕਿਹੜਾ ਰਿਲੇਸ਼ਨ ਦੱਸਦਾ ਵਾ, ਕਿ ਵੀ ਯਾਨੀ ਕਿ ਲੈਂਸ ਫਾਰਮੂਲਾ ਇਹਨੂੰ ਕਹਿ ਦਿੰਦੇ ਆਪਾਂ ਕਿ ਲੈਂਸ ਫਾਰਮੂਲੇ ਵਿੱਚ ਫੋਕਲ ਲੈਂਥ ਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਹੁੰਦਾ ਹੈ U ਅਤੇ V ਦੇ ਨਾਲ। ਤਾਂ ਦੀ ਫੋਕਲ ਲੈਂਥ ਆਫ ਏ ਲੈਂਸ ਇਜ਼ ਐਕਸਪ੍ਰੈਸਡ ਬਾਈ ਵਿਚ ਆਫ ਦਾ ਫੋਲੋਇੰਗ। ਤਾਂ ਬੱਚਿਓ ਜਦੋਂ ਵੀ ਤੁਸੀਂ F, V ਅਤੇ U ਦੇਖ ਲਵੋ ਤਾਂ ਉੱਥੇ ਹਮੇਸ਼ਾ ਲੈਂਸ ਫਾਰਮੂਲਾ ਲੱਗਦਾ ਹੈ। ਉਹ ਤੁਹਾਨੂੰ ਮੈਂ ਦੱਸਦਾ ਹਾਂ ਕਿਵੇਂ ਹੁੰਦਾ ਹੈ। ਤਾਂ ਬੱਚਿਓ ਇੱਕ ਹੁੰਦਾ ਹੈ ਮਿਰਰ ਫਾਰਮੂਲਾ, ਇੱਕ ਹੁੰਦਾ ਹੈ
ਲੈਂਸ ਫਾਰਮੂਲਾ। ਮਿਰਰ ਫਾਰਮੂਲਾ ਕੀ ਹੁੰਦਾ ਹੈ 1/v + 1/u ਇਜ਼ ਇਕੁਅਲ ਟੂ 1/f, ਯਾਨੀ ਕਿ 1/v + 1/u ਬਰਾਬਰ 1/f। ਤੇ ਲੈਂਸ ਫਾਰਮੂਲਾ ਕੀ ਹੁੰਦਾ ਹੈ 1/v - 1/u ਇਜ਼ ਇਕੁਅਲ ਟੂ 1/f। ਤਾਂ ਬੱਚੋ ਮਿਰਰ ਫਾਰਮੂਲਾ ਕਿੱਥੇ ਯੂਜ਼ ਹੁੰਦਾ ਹੈ, ਦਰਪਣ ਸੂਤਰ ਕਿੱਥੇ ਯੂਜ਼ ਹੁੰਦਾ ਹੈ ਜਦੋਂ ਸਾਨੂੰ ਦਰਪਣ ਦਿੱਤਾ ਹੋਵੇ, ਤੇ ਲੈਂਸ ਫਾਰਮੂਲਾ ਕਿੱਥੇ ਯੂਜ਼ ਹੁੰਦਾ ਹੈ ਜਦੋਂ ਸਾਨੂੰ ਲੈਂਸ ਦੀ ਗੱਲ ਕਰ ਰਹੇ ਹੋਣ। ਤਾਂ v ਤੇ u ਤੇ f ਕੀ ਹੁੰਦਾ ਹੈ, ਤਾਂ ਬੱਚੋ ਜੋ v ਹੁੰਦਾ ਹੈ ਉਹ ਹੁੰਦਾ ਹੈ ਡਿਸਟੈਂਸ ਆਫ ਇਮੇਜ ਫਰੋਮ ਪੋਲ। ਪੋਲ ਕਿੱਥੇ ਹੁੰਦਾ ਹੈ, ਮੰਨ ਲਓ ਸਾਡੇ ਕੋਲ ਕਨਕੇਵ ਲੈਂਸ ਹੈ ਜਾਂ ਸਾਡੇ ਕੋਲ ਅਵਤਲ ਦਰਪਣ ਹੈ, ਤਾਂ ਉਹ ਅਵਤਲ ਦਰਪਣ ਦਾ ਇਸ ਸੈਂਟਰ ਨੂੰ ਅਸੀਂ ਪੋਲ ਆਖਦੇ ਹਾਂ। ਕੀ ਆਖਦੇ ਹਾਂ, ਪੋਲ ਆਖਦੇ ਹਾਂ। ਤੇ ਐਫ ਕੀ ਹੁੰਦਾ ਹੈ, ਸਾਡਾ ਫੋਕਸ ਹੁੰਦਾ ਹੈ। ਐਫ ਕੀ ਹੁੰਦਾ ਹੈ, ਫੋਕਸ ਹੁੰਦਾ ਹੈ। ਆਹ ਪੁਆਇੰਟ ਕੀ ਹੁੰਦਾ ਜੋ ਲੈਂਸ ਦਾ ਸੈਂਟਰ ਹੁੰਦਾ ਉਸ ਨੂੰ ਅਸੀਂ ਕੀ ਆਖਦੇ ਹਾਂ, ਪੋਲ ਆਖਦੇ ਹਾਂ। ਮੰਨ ਲਓ ਇੱਥੇ ਸਾਡਾ ਕੀ ਪਿਆ ਹੈ, ਓਬਜੈਕਟ ਪਿਆ ਹੈ, ਏ ਬੀ ਕੀ ਪਿਆ ਹੈ, ਓਬਜੈਕਟ। ਤਾਂ ਪੋਲ ਤੋਂ ਇਸ ਓਬਜੈਕਟ ਦੀ ਦੂਰੀ ਨੂੰ ਅਸੀਂ ਕੀ ਆਖਦੇ ਹਾਂ, ਯੂ ਆਖਦੇ ਹਾਂ। ਪੋਲ ਤੋਂ ਫੋਕਸ ਦੀ ਦੂਰੀ ਨੂੰ ਅਸੀਂ ਸਮਾਲ ਐਫ ਫੋਕਲ ਲੈਂਥ ਆਖਦੇ ਹਾਂ। ਤਾਂ ਜਿੱਥੇ ਇਸ ਓਬਜੈਕਟ ਦੀ ਇਮੇਜ ਬਣੇਗੀ ਉਸ ਦੀ ਪੋਲ ਤੋਂ ਦੂਰੀ ਨੂੰ ਅਸੀਂ ਵੀ ਆਖਦੇ ਹਾਂ। ਠੀਕ ਆ, ਤਾਂ ਵੀ ਕੀ ਹੁੰਦਾ ਹੈ ਡਿਸਟੈਂਸ ਆਫ ਇਮੇਜ ਫਰੋਮ ਪੋਲ, ਯੂ ਕੀ ਹੁੰਦਾ ਹੈ ਡਿਸਟੈਂਸ ਆਫ ਓਬਜੈਕਟ ਫਰੋਮ ਪੋਲ, ਤੇ ਐਫ ਕੀ ਹੁੰਦਾ ਹੈ ਫੋਕਲ ਲੈਂਥ। ਨੈਕਸਟ ਬੱਚੇ 7th ਕੁਐਸਚਨ ਆ ਸਾਡੇ ਕੋਲੇ ਕਿ ਰਿਲੇਸ਼ਨ ਬਿਟਵੀਨ ਰੇਡੀਅਸ ਆਫ ਕਰਵੇਚਰ ਐਂਡ ਫੋਕਲ ਲੈਂਥ ਆਫ ਏ ਕਨਕੇਵ ਮਿਰਰ ਇਜ਼ ਗਿਵਨ ਬਾਏ। ਠੀਕ ਹੈ ਬੱਚਿਓ, ਕਿ ਫੋਕਲ ਰੇਡੀਅਸ ਆਫ ਕਰਵੇਚਰ ਤੇ ਫੋਕਲ ਲੈਂਥ ਦੇ ਉਹ ਕਨਕੇਵ ਮਿਰਰ ਦੀ ਆਪਾਂ ਕਿਸ ਫਾਰਮੂਲੇ ਨਾਲ ਜਾਂ ਕਿਸ ਰਿਲੇਸ਼ਨ ਦੇ ਨਾਲ ਦੱਸਦੇ ਹਾਂ। ਰੇਡੀਅਸ ਆਫ ਕਰਵੇਚਰ ਕੀ ਹੁੰਦਾ ਵਾ, ਸੈਂਟਰ ਤੋਂ ਲੈ ਕੇ ਮਿਰਰ ਦੇ ਪੋਲ ਤੱਕ ਦੀ ਦੂਰੀ ਨੂੰ ਅਸੀਂ ਕੀ ਆਖਦੇ ਹਾਂ, ਰੇਡੀਅਸ ਆਫ ਕਰਵੇਚਰ ਆਖਦੇ ਹਾਂ। ਤੇ ਫੋਕਲ ਲੈਂਥ ਕੀ ਹੁੰਦਾ ਹੈ, ਜੋ ਸਾਡਾ ਫੋਕਸ ਹੁੰਦਾ ਹੈ, ਜੋ ਸਾਡੀ ਐਫ ਹੁੰਦੀ ਹੈ ਉਸ ਤੋਂ ਲੈ ਕੇ ਪੋਲ ਤੱਕ ਦੀ ਦੂਰੀ ਨੂੰ ਅਸੀਂ ਕੀ ਆਖਦੇ ਹਾਂ, ਫੋਕਲ ਲੈਂਥ ਆਖਦੇ ਹਾਂ। ਤਾਂ ਇਹਦੇ ਵਿੱਚ ਰਿਲੇਸ਼ਨ ਕੀ ਹੁੰਦਾ ਹੈ, ਹਾਂਜੀ ਤਾਂ ਬੱਚੋ ਇਸ ਤਰ੍ਹਾਂ ਹੁੰਦਾ ਹੈ, ਜੋ ਫੋਕਲ ਲੈਂਥ ਹੁੰਦਾ ਹੈ ਉਹ ਰੇਡੀਅਸ ਆਫ ਕਰਵੇਚਰ ਦਾ ਹਾਫ ਹੁੰਦਾ ਹੈ। ਠੀਕ ਹੈ, ਜੋ ਸਾਡਾ ਫੋਕਲ ਲੈਂਥ ਹੁੰਦਾ ਹੈ ਉਹ r/2 ਹੁੰਦਾ ਹੈ। ਜਿੰਨਾ ਸਾਡਾ ਰੇਡੀਅਸ ਆਫ ਕਰਵੇਚਰ ਹੁੰਦਾ ਹੈ ਉਸ ਦਾ ਬਟਾ 2 ਕਰ ਦਿਓ, ਸਾਡੇ ਕੋਲ ਕੀ ਆ ਜਾਂਦਾ ਹੈ, ਫੋਕਲ ਲੈਂਥ ਆ ਜਾਂਦਾ ਹੈ। ਮਤਲਬ ਸਾਡੇ ਕੋਲ ਰੇਡੀਅਸ ਆਫ ਕਰਵੇਚਰ ਜੇ 50 ਹੈ ਤਾਂ ਫੋਕਲ ਲੈਂਥ ਕਿੰਨਾ ਹੋਵੇਗਾ, 50/2 25। ਉਸੇ ਤਰ੍ਹਾਂ ਹੀ ਜੇ ਫੋਕਲ ਲੈਂਥ ਸਾਨੂੰ ਦਿੱਤਾ ਹੋਇਆ 10 ਸੈਂਟੀਮੀਟਰ, ਉਸ ਦਾ ਰੇਡੀਅਸ ਆਫ ਕਰਵੇਚਰ ਕੱਢਣ ਨੂੰ ਕਹਿੰਦੇ ਹਾਂ, ਤਾਂ ਆਹ ਦੇਖੋ ਆਰ ਕੱਢਣੀ ਆ, 2 ਇੱਧਰ ਜਾ ਕੇ ਮਲਟੀਪਲਾਈ ਹੋ ਜਾਏਗਾ, ਤਾਂ ਆਰ ਕੀ ਬਣ ਜਾਏਗਾ 2f, ਯਾਨੀ ਕਿ 10 × 2 20 ਸਾਡੇ ਕੋਲ ਕੀ ਆ ਜਾਊਗਾ, ਰੇਡੀਅਸ ਆਫ ਕਰਵੇਚਰ ਆ ਜਾਊਗਾ। ਸਮਝ ਲੱਗੀ ਨਾ ਬੱਚਿਓ, ਜੇ ਸਾਨੂੰ ਐਫ ਦਿੱਤਾ ਹੈ ਆਰ ਕੱਢਣ ਨੂੰ ਕਹਿੰਦੇ ਆ ਤਾਂ ਐਫ ਦਾ ਹਾਫ ਕਰ ਦਿਓ, ਤੇ ਜੇ ਸਾਨੂੰ ਐਫ, ਹਾਂਜੀ ਬੱਚਿਓ ਨੈਕਸਟ ਕੁਐਸਚਨ ਹੈ ਕਿ ਮਿਰਰ ਯੂਜ਼ਡ ਬਾਈ ਡੈਂਟਿਸਟ ਇਜ਼, ਜੋ ਸਾਡੇ ਦੰਦਾਂ ਵਾਲੇ ਡਾਕਟਰ ਹੁੰਦੇ ਆ ਜਾਂ ਡੈਂਟਿਸਟ ਹੁੰਦੇ ਆ ਉਹਨਾਂ ਕੋਲ ਕਿਸ ਤਰ੍ਹਾਂ ਦਾ ਦਰਪਣ ਹੁੰਦਾ ਹੈ, ਤਾਂ ਉਹਨਾਂ ਕੋਲੇ ਅਵਤਲ ਦਰਪਣ ਹੁੰਦਾ ਹੈ। ਕਿਹੜਾ ਦਰਪਣ ਹੁੰਦਾ ਹੈ, ਕਨਕੇਵ ਮਿਰਰ ਹੁੰਦਾ ਹੈ। ਅਗਲਾ ਕੁਐਸਚਨ ਹੈ ਕਿ ਮਿਰਰ ਯੂਜ਼ਡ ਫॉर ਗੈਟਿੰਗ ਲਾਰਜ ਐਂਡ ਇਨਲਾਰਜ ਇਮੇਜ। ਤਾਂ ਬੱਚਿਓ ਅਸੀਂ ਪੜ੍ਹਿਆ ਸੀਗਾ ਜੋ ਸਾਨੂੰ ਮਿਰਰ ਹੁੰਦਾ ਹੈ ਜਿਹੜਾ ਰੀਅਲ ਤੇ ਇਨਲਾਰਜ ਇਮੇਜ ਦਿੰਦਾ ਹੈ ਉਸ ਨੂੰ ਅਸੀਂ ਅਵਤਲ ਦਰਪਣ ਆਖਦੇ ਹਾਂ। ਜੋ ਸਾਨੂੰ ਵਾਸਤਵਿਕ ਅਤੇ ਇਮੇਜ ਜੋ ਹੁੰਦੀ ਹੈ ਉਹ ਓਬਜੈਕਟ ਨਾਲੋਂ ਕੀ ਹੁੰਦੀ ਹੈ, ਵੱਡੀ ਹੁੰਦੀ ਹੈ, ਤਾਂ ਉਹ ਕਿਹੜੇ ਮਿਰਰ ਵਿੱਚ ਬਣਦੀ ਹੈ, ਕਨਕੇਵ ਮਿਰਰ ਦੇ ਵਿੱਚ ਬਣਦੀ ਹੈ। ਇਸੇ ਕਰਕੇ ਕਨਕੇਵ ਮਿਰਰ ਨੂੰ ਡੈਂਟਿਸਟ ਯੂਜ਼ ਕਰਦੇ ਆ, ਕਿਉਂਕਿ ਸਾਡੇ ਦੰਦਾਂ ਵਿੱਚ ਯਾਨੀ ਕਿ ਜੋ ਸਾਈਜ਼ ਹੁੰਦਾ ਹੈ ਉਹ ਬਹੁਤ ਛੋਟਾ ਹੁੰਦਾ ਹੈ, ਤਾਂ ਉਸ ਨੂੰ ਵੱਡਾ ਕਰਕੇ ਦੇਖਣ ਲਈ ਕਨਕੇਵ ਮਿਰਰ ਵਰਤਿਆ ਜਾਂਦਾ ਹੈ। ਕਿਉਂਕਿ ਕਨਕੇਵ ਮਿਰਰ ਕੀ ਕਰਦਾ ਹੈ, ਅਵਤਲ ਦਰਪਣ ਕੀ ਕਰਦਾ ਹੈ, ਜੋ ਓਬਜੈਕਟ ਹੁੰਦਾ ਹੈ ਉਸ ਨੂੰ ਵੱਡਾ ਕਰਕੇ ਦਿਖਾਉਂਦਾ ਹੈ। ਹਾਂਜੀ ਬੱਚਿਓ ਅੱਗੇ 11ਵਾਂ ਕੁਐਸਚਨ ਹੈ ਕਿ ਪੈਰਲਲ ਰੇਜ਼ ਇੰਸੀਡੈਂਟ ਔਨ ਏ ਮਿਰਰ ਆਫਟਰ ਰਿਫਲੈਕਸ਼ਨ ਕਨਵਰਜ ਐਟ ਏ ਪੁਆਇੰਟ। ਮਤਲਬ ਕੀ ਆ, ਯਾਨੀ ਕਿ ਸਮਾਨਾਂਤਰ ਰੇਖਾਵਾਂ ਜਾਂ ਸਮਾਨਾਂਤਰ ਕਿਰਨਾਂ ਕਿਸੇ ਦਰਪਣ ਦੇ ਉੱਤੇ ਕੀ ਹੋ ਰਹੀਆਂ ਹਨ, ਵੱਜ ਰਹੀਆਂ ਹਨ। ਠੀਕ ਆ, ਤਾਂ ਉਹ ਦਰਪਣ 'ਤੇ ਵੱਜਣ ਤੋਂ ਬਾਅਦ ਇੱਕ ਪੁਆਇੰਟ 'ਤੇ ਇਕੱਠੀਆਂ ਹੋ ਜਾਂਦੀਆਂ ਹਨ। ਉਹ ਦਰਪਣ ਦੇ ਵਿੱਚ ਵੱਜਣ ਤੋਂ ਬਾਅਦ ਇੱਕ ਪੁਆਇੰਟ 'ਤੇ ਇਕੱਠੀਆਂ ਹੋ ਜਾਂਦੀਆਂ ਹਨ। ਤਾਂ ਉਹ ਦਰਪਣ ਕਿਹੜਾ ਹੋਵੇਗਾ ਜਿਨ੍ਹਾਂ ਵਿੱਚ ਜੋ ਰੇਖਾਵਾਂ ਹੁੰਦੀਆਂ ਹਨ ਵੱਜਣ ਤੋਂ ਬਾਅਦ ਇੱਕ ਪੁਆਇੰਟ 'ਤੇ ਇਕੱਠੀਆਂ ਹੋ ਜਾਂਦੀਆਂ ਹਨ। ਤਾਂ ਬੱਚਿਓ ਉਹ ਦਰਪਣ ਜਿਹਦੇ ਵਿੱਚ ਰੇਖਾਵਾਂ ਵੱਜਣ ਤੋਂ ਬਾਅਦ ਇਕੱਠੀਆਂ ਹੋ ਜਾਂਦੀਆਂ ਹਨ ਉਸ ਨੂੰ ਅਸੀਂ ਕਨਕੇਵ ਮਿਰਰ ਜਾਂ ਅਵਤਲ ਦਰਪਣ ਆਖਦੇ ਹਾਂ। ਅਵਤਲ ਦਰਪਣ ਕੀ ਕਰਦਾ ਹੈ, ਰੇਖਾਵਾਂ ਨੂੰ ਇੱਕ ਪੁਆਇੰਟ 'ਤੇ ਇਕੱਠੀਆਂ ਕਰ ਦਿੰਦਾ ਹੈ। ਜਦੋਂ ਸਮਾਨਾਂਤਰ ਰੇਖਾਵਾਂ ਉਸ ਉੱਪਰ ਵੱਜਦੀਆਂ ਹਨ ਤਾਂ ਉਹ ਰੇਖਾਵਾਂ ਵੱਜਣ ਤੋਂ ਬਾਅਦ ਇੱਕ ਪੁਆਇੰਟ ਜਿਸ ਨੂੰ ਅਸੀਂ ਫੋਕਸ ਆਖਦੇ ਹਨ ਉਸ ਪੁਆਇੰਟ ਉੱਤੇ ਸਾਰੀਆਂ ਰੇਖਾਵਾਂ ਮਿਲ ਜਾਂਦੀਆਂ ਹਨ। ਤਾਂ ਕਰਕੇ ਅਵਤਲ ਦਰਪਣ ਨੂੰ ਅਸੀਂ ਕਨਵਰਜਿੰਗ ਮਿਰਰ ਆਖਦੇ ਹਾਂ, ਜਾਂ ਇਸ ਨੂੰ ਅਸੀਂ ਇਹ ਆਖਦੇ ਹਾਂ ਕਿ ਰੇ ਆਫ ਲਾਈਟਸ ਨੂੰ ਜਾਂ ਰੇਖਾਵਾਂ ਨੂੰ ਕੀ ਕਰਦਾ ਹੈ, ਇੱਕ ਪੁਆਇੰਟ 'ਤੇ ਮਿਲਾਉਂਦਾ ਹੈ। ਤੇ ਦੂਸਰੇ ਪਾਸੇ ਜੇ ਰਾਜੇ ਅਸੀਂ ਕਨਵੈਕਸ ਮਿਰਰ ਦੀ ਗੱਲ ਕਰੀਏ, ਉੱਤਲ ਦਰਪਣ ਦੀ ਗੱਲ ਕਰੀਏ, ਤਾਂ ਉਹ ਜਦੋਂ ਉਹਦੇ 'ਤੇ ਰੇਖਾਵਾਂ ਵੱਜਦੀਆਂ ਹਨ, ਸਮਾਨਾਂਤਰ ਰੇਖਾਵਾਂ ਵੱਜਦੀਆਂ ਹਨ ਤਾਂ ਉਹ ਵੱਜ ਕੇ ਕੀ ਹੋ ਜਾਂਦੀਆਂ ਹਨ, ਫੈਲ ਜਾਂਦੀਆਂ ਹਨ। ਇੱਕ ਪੁਆਇੰਟ 'ਤੇ ਇਕੱਠੀਆਂ ਨਹੀਂ ਹੁੰਦੀਆਂ, ਫੈਲ ਜਾਂਦੀਆਂ ਹਨ। ਇਸ ਕਰਕੇ ਅਸੀਂ
उस दर्पण नूं उत्तल दर्पण आखदे हां जिस उपर रेखावां वजन तो बाद फैलदियां हन जां डाइवर्ज करदियां हन, उस नूं असीं उत्तल दर्पण आखदे हां। अगे बच्चों कि लैंस दे पावर ऑफ लैंस दे यूनिट की हुंदे हन। पावर ऑफ लैंस जो हुंदा है उस नूं असीं काहदे विच यानी कि मैजर करदे हाँ। तुहानूं जो फर्स्ट क्वेश्चन कराया सी उहदे दस्सिया सीगा कि पावर ऑफ लैंस दे यूनिट की हुंदे हन, डिआप्टर हुंदे हन। साडे कोल 13वां क्वेश्चन है कि पावर ऑफ लैंस कितनी दित्ती हुई है, -5 डिआप्टर दित्ती हुई है। कहंदे उहदी फोकल लेंथ कितनी होवेगी। हाँ जी बच्चों, फॉर्मूला आया याद की हुंदा है, P = 1/f। सानू P कितनी दित्ती हुई है, -5 दित्ती है, असी F कढ़नी है तो किवें कढ़ांगे। हाँ जी, तो सानू P कितनी दित्ती हुई है, -5, D मीनस डिआप्टर यूनिट हुंदे आ, F की है फोकल लेंथ, वो असी कढ़नी है। तो P का फॉर्मूला की हुंदा है 1/f। P = 1/f। F कितनी दित्ती, -5, माइनस चला गया उपर। तो 1/5 जो आप सोल्व करांगे कितना आ जू 0.2 मीटर, मूरे की साइन उदा ही माइनस। तो बच्चों 0.2 मीटर साडे कोले पावर आ गई आ, मूरे साइन किहड़ा वा, माइनस दा वा। ये माइनस की शो करदा, ये माइनस सानू की दसदा पिया वा, ये माइनस ये दसदा पिया वा कि जिहड़े लैंस की असीं पावर कढ रहे हैं वो लैंस किहड़ा वा, कनकेव है। जे साडी पावर प्लस हुंदी तो वह लैंस किहड़ा होना सीगा, कन्वैक्स होना सी। मतलब नैगेटिव पावर किस लिए हुंदी है, अवतल दर्पण अवतल लैंस लई, ते पॉजिटिव पावर किस लिए हुंदी है, उत्तल लैंस लई। तो नैगेटिव मतलब दर्पण की है, अवतल है, सॉरी नैगेटिव मतलब लैंस की है, अवतल है, तो पॉजिटिव मतलब लैंस की है, उत्तल है। तो इसलिए पावर साडे कोल कितनी हैगी, -0.2 मीटर। सानू इस तरह भी पूछ सकते हैं कि कोई लैंस है उसकी पावर माइनस विच है तो दसो वो लैंस किहड़ा लैंस होवेगा। तो जे पावर माइनस विच है तो लैंस किहड़ा होवेगा, कनकेव जां अवतल लैंस। तो जे पॉजिटिव विच है जां प्लस विच है तो किहड़ा होवेगा, उत्तल लैंस। बच्चों अगला 15वां क्वेश्चन है कि शेविंग मिरर किहड़े हुंदे हन, जां जिहड़े मिरर असीं शेव करते हैं तो वह मिरर किहड़ा हुंदा है, जिहड़े मिरर विच देख के असीं शेव करते हैं तो वह मिरर किहड़ा हुंदा है, वह मिरर हुंदा है कनकेव मिरर। क्योंकि कनकेव मिरर की करता है, छोटियां वस्तुओं नूं वड्डा करके दिखाउंदा है। तो जो असीं शेव करते हैं तो जो साडे फेस दे वाल हुंदे हन छोटे छोटे हुंदे हन, वो सानूं वड्डे दिसदे हन ते शेव करनी सौखी हो जाती है। इस करके इसलिए शेविंग मिरर की हुंदा है, कनकेव मिरर जां अवतल दर्पण हुंदा है। बच्चों अगला क्वेश्चन है कि इस विचों लाइट की प्रॉपर्टी किहड़ी है, किहड़ा साडा प्रकाश का गुण है। तो रिफ्लैक्शन, रिफ्रैक्शन ते रेक्टिलिनियर प्रोपगेशन, ये तिन्ने ही प्रकाश के गुण हुंदे हन। तो आंसर आ गया आल ऑफ दीज। हाँ जी, तो बच्चों साडे कोल 19वां क्वेश्चन है कि इन्हां जो हेठां ABCD विच सानूं मटीरियल दिते गए हैं, इन्हां विचों किहड़ा मटीरियल लैंस बनाउण दे लई नहीं वरतिया जांदा। तो इसका आंसर है क्ले। क्ले लैंस बनाउण दे लई नहीं वरती जांदी। अगे 20वां क्वेश्चन है, ऑब्जैक्ट नूं कित्थे रखिया जावे, कन्वैक्स लैंस के सामने जां उत्तल लैंस के सामने साडे वस्तु नूं कित्थे रखिया जावे कि उसका वास्तविक प्रतिबिंब बने। ठीक है, तो प्रतिबिंब का साइज़ की होवे जिन्ना साडी वस्तु का साइज़ है। ठीक है, इस तरीके नाल कि कोई प्रतिबिंब बनाउणा है वस्तु के साइज़ जिन्ना ही बनाउणा है, तो उस लई वस्तु नूं कित्थे रखिया जावे कि जो प्रतिबिंब बने वो वास्तविक होवे ते वस्तु के आकार जिन्ना ही होवे। तो इस दे लई असीं साडी वस्तु नूं फोकल लेंथ की ट्वाइस ते रखांगे। जो लैंस की फोकल लेंथ होवेगी उस तो दुगने डिस्टेंस उत्ते वस्तु नूं रखांगे, तो फिर ही साडा ऑब्जैक्ट जो होऊगा वो सेम साइज़ ऑफ इमेज का होऊगा ते नाल ही रियल भी होवेगा। जी बच्चों अगे 21वां क्वेश्चन है कि सानूं स्फेरिकल मिरर दिता होया है तो एक स्फेरिकल लैंस दिता होया है। ठीक है, उन्हां दे फोकल लेंथ कितनी है, -15 सेंटीमीटर आ। तो दसो मिरर ते लैंस किहड़ा होवेगा, अवतल होवेगा या उत्तल होवेगा। हाँ जी, तो बच्चों एक गल याद रखियो, क्योंकि जो फोकल लेंथ हुंदी है साडे मिरर, जिहड़ा कोई भी मिरर जिसकी फोकल लेंथ माइनस च होवे, ठीक है, उसनूं असीं किहड़ा मिरर आखदे हां, कनकेव मिरर आखदे हां। कोई भी दर्पण जिसकी फोकल लेंथ सानूं माइनस विच दित्ती होवे, माइनस का मतलब की हुंदा है पोल तो खब्बे हत्थ। जो साडा स्फेरिकल मिरर कनकेव मिरर हुंदा है, जो साडा अवतल दर्पण हुंदा है, उसकी फोकल लेंथ हमेशा पोल तो खब्बे पासे बनती है। तो जो असीं पोल तो खब्बे पासे जाने तो जो साडी VUF हुंदी है वो माइनस विच हुंदी है, तो जो असीं पोल तो सज्जे पासे जाने तो जो साडी VUF हुंदी है वो प्लस विच हुंदी है।
ਤਾਂ ਕਨਕੇਵ ਮਿਰਰ ਦੇ ਵਿੱਚ ਕੀ ਹੁੰਦਾ ਹੈ, ਜੋ ਫੋਕਲ ਲੈਂਥ ਹੁੰਦੀ ਹੈ ਉਹ ਜਾਂ ਫੋਕਸ ਹੁੰਦਾ ਹੈ ਉਹ ਪੋਲ ਤੋਂ ਖੱਬੇ ਪਾਸੇ ਬਣਦਾ ਹੈ, ਤਾਂ ਕਰਕੇ ਫੋਕਲ ਲੈਂਥ ਕੀ ਹੁੰਦੀ ਹੈ, ਮਾਈਨਸ ਹੁੰਦੀ ਹੈ। ਤਾਂ -15 ਸੈਂਟੀਮੀਟਰ ਵਾਲਾ ਜੋ ਸਾਡਾ ਦਰਪਣ ਹੋਵੇਗਾ, ਮਿਰਰ ਹੋਵੇਗਾ, ਉਹ ਸਾਡਾ ਕਿਹੜਾ ਹੋਵੇਗਾ, ਅਵਤਲ ਦਰਪਣ ਹੋਵੇਗਾ ਜਾਂ ਕਨਕੇਵ ਮਿਰਰ ਹੋਵੇਗਾ। ਉਸੇ ਤਰ੍ਹਾਂ ਹੀ ਬੱਚਿਓ ਜੇ ਲੈਂਸ ਦੀ ਗੱਲ ਕਰੀਏ ਤਾਂ ਲੈਂਸ ਵਿੱਚ ਵੀ ਇਦਾਂ ਹੀ ਹੁੰਦਾ ਹੈ, ਜੋ ਕਨਕੇਵ ਲੈਂਸ ਹੁੰਦਾ ਹੈ ਉਸ ਦੇ ਲਈ ਫੋਕਲ ਲੈਂਥ ਕੀ ਹੁੰਦੀ ਹੈ, ਮਾਈਨਸ ਹੁੰਦੀ ਹੈ, ਕਿਉਂਕਿ ਉਸ ਦੇ ਵਿੱਚ ਜੋ ਫੋਕਲ ਲੈਂਥ ਹੁੰਦੀ ਹੈ ਉਹ ਸੈਂਟਰ ਤੋਂ ਖੱਬੇ ਪਾਸੇ ਬਣਦੀ ਹੈ। ਠੀਕ ਹੈ, ਇਸ ਲਈ ਜਦੋਂ ਆਪਾਂ ਖੱਬੇ ਪਾਸੇ ਜਾਂਦੇ ਹਾਂ ਤਾਂ FUV ਸਾਡਾ ਮਾਈਨਸ ਵਿੱਚ ਹੁੰਦਾ ਹੈ, ਤੇ ਲੈਂਸ ਵਿੱਚ ਵੀ ਤੇ ਮਿਰਰ ਵਿੱਚ ਵੀ। ਹੁਣ ਇਹਦੇ ਵਿੱਚ ਸਾਨੂੰ ਫੋਕਲ ਲੈਂਥ ਮਾਈਨਸ ਦਿੱਤੀ ਹੋਈ ਹੈ, ਤਾਂ ਇਹਦਾ ਮਤਲਬ ਇਹ ਕਿਹੜਾ ਹੋਵੇਗਾ, ਕਨਕੇਵ ਲੈਂਸ ਹੋਵੇਗਾ ਤੇ ਕਨਕੇਵ ਹੀ ਮਿਰਰ ਹੋਵੇਗਾ। ਅੱਗੇ ਬੱਚੋ 23rd ਕੁਐਸਚਨ ਹੈ ਕਿ ਰਿਫਰੈਕਟਿਵ ਇੰਡੈਕਸ ਆਫ ਡਾਇਮੰਡ ਦਾ ਕਿੰਨਾ ਹੁੰਦਾ ਵਾ। ਡਾਇਮੰਡ ਜੋ ਹੁੰਦਾ ਹੈ ਉਸਦਾ ਰਿਫਰੈਕਟਿਵ ਇੰਡੈਕਸ ਕਿੰਨਾ ਹੁੰਦਾ ਹੈ, ਡਾਇਮੰਡ ਦਾ ਸਥਿਰ ਅੰਕ ਕਿੰਨਾ ਹੁੰਦਾ ਹੈ। ਤਾਂ ਬੱਚੋ ਡਾਇਮੰਡ ਦਾ ਜੋ ਸਥਿਰ ਅੰਕ ਹੁੰਦਾ ਹੈ ਉਹ 2.42 ਹੁੰਦਾ ਹੈ। ਡਾਇਮੰਡ ਦਾ ਸਥਿਰ ਅੰਕ 2.42 ਹੁੰਦਾ ਹੈ ਤੇ ਇਹ ਸਾਰੀਆਂ ਵਸਤੂਆਂ ਨਾਲੋਂ ਸਭ ਤੋਂ ਜ਼ਿਆਦਾ ਹੁੰਦਾ ਹੈ। ਹਵਾ ਦਾ ਸਥਿਰ ਅੰਕ ਸਭ ਤੋਂ ਘੱਟ ਹੁੰਦਾ ਹੈ ਅਤੇ ਡਾਇਮੰਡ ਦਾ ਸਥਿਰ ਅੰਕ ਸਭ ਤੋਂ ਜ਼ਿਆਦਾ ਹੁੰਦਾ ਹੈ। ਡਾਇਮੰਡ ਦਾ ਸਥਿਰ ਅੰਕ 2.42 ਹੁੰਦਾ ਹੈ ਅਤੇ ਹਵਾ ਦਾ 1 ਹੁੰਦਾ ਹੈ। ਅੱਗੇ ਬੱਚੋ 24th ਕੁਐਸਚਨ ਹੈ ਕਿ ਕੋਈ ਰੇ ਆਫ ਲਾਈਟ ਹੈ ਜੋ ਗਲਾਸ ਤੋਂ ਹਵਾ ਵਿੱਚ ਜਾ ਰਹੀ ਆ, ਗਲਾਸ ਤੋਂ ਹਵਾ ਵਿੱਚ ਜਾ ਰਹੀ ਆ, ਤਾਂ ਉਹ ਕਿਸ ਵੱਲ ਨੂੰ ਬੈਂਡ ਹੋਵੇਗੀ। ਤਾਂ ਬੱਚੋ ਇੱਕ ਨੋਰਮਲ ਹੁੰਦੀ ਹੈ, ਇੱਕ ਸਾਡੇ ਕੋਲ ਨੋਰਮਲ ਰੇ ਹੁੰਦੀ ਹੈ। ਤਾਂ ਜਦੋਂ ਲਾਈਟ ਡੈਂਸਰ ਮੀਡੀਅਮ ਟੂ ਰੇਅਰ ਵਿੱਚ ਜਾਂਦੀ ਹੈ, ਮਤਲਬ ਜਿਹਦੇ ਵਿੱਚ ਵੀ ਯਾਨੀ ਕਿ ਗਲਾਸ ਹੈ ਡੈਂਸਰ ਮੀਡੀਅਮ ਹੈ, ਏਅਰ ਕੀ ਹੈ, ਰੇਅਰ ਮੀਡੀਅਮ ਹੈ। ਜਿਹਦੇ ਵਿੱਚ ਪਾਰਟੀਕਲ ਨੇੜੇ ਹੁੰਦੇ ਹਨ ਉਸ ਨੂੰ ਅਸੀਂ ਡੈਂਸਰ ਮੀਡੀਅਮ ਕਹਿੰਦੇ ਹਾਂ, ਜਿਸ ਵਿੱਚ ਪਾਰਟੀਕਲ ਦੂਰ ਹੁੰਦੇ ਆ ਉਸ ਨੂੰ ਅਸੀਂ ਰੇਅਰ ਮੀਡੀਅਮ ਕਹਿੰਦੇ ਹਾਂ। ਤਾਂ ਜਦੋਂ ਗਲਾਸ ਤੋਂ ਹਵਾ ਵਿੱਚ ਲਾਈਟ ਜਾਂਦੀ ਹੈ ਤਾਂ ਉਹ ਨੋਰਮਲ ਤੋਂ ਕੀ ਹੁੰਦਾ ਹੈ, ਅਵੇ ਵੱਲ ਨੂੰ ਜਾਂਦੀ ਹੈ। ਅਤੇ ਜਦੋਂ ਨੋਰਮਲ ਤੋਂ ਅਵੇ ਵੱਲ ਜਾਂਦੀ ਹੈ, ਤਾਂ ਜਦੋਂ ਏਅਰ ਤੋਂ ਗਲਾਸ ਵਿੱਚ ਜਾਂਦੀ ਹੈ ਤਾਂ ਟੁਵਰਡਸ ਦੀ ਨੋਰਮਲ ਜਾਂਦੀ ਹੈ, ਮਤਲਬ ਨੋਰਮਲ ਦੇ ਵੱਲ ਨੂੰ ਮੂਵ ਕਰਦੀ ਹੈ। ਅਤੇ ਜਦੋਂ ਗਲਾਸ ਤੋਂ ਹਵਾ ਵਿੱਚ ਜਾਂਦੀ ਹੈ ਤਾਂ ਨੋਰਮਲ ਤੋਂ ਅਵੇ ਵੱਲ ਨੂੰ ਮੂਵ ਕਰਦੀ ਹੈ, ਨੋਰਮਲ ਤੋਂ ਦੂਰ ਜਾਂਦੀ ਹੈ। ਅਤੇ ਜਦੋਂ ਏਅਰ ਟੂ ਗਲਾਸ ਜਾਂਦੀ ਹੈ ਨੋਰਮਲ ਦੇ ਵੱਲ ਨੂੰ ਜਾਂਦੀ ਹੈ।